ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਆਪਣੀ ਸਿੱਖਿਆਦਾਇਕ ਸਾਖੀ ਪੜ੍ਹਨ ਸੁਣਨ ਵਿਚਾਰਨ ਤੇ ਸਿੱਖਿਆ ਨੂੰ ਅਪਣਾਉਣ ਦਾ ਬਲ ਬਖਸ਼ਿਸ਼ ਕਰ, ਬੋਲਣ ਦਾ ਤਾਣ ਤੇ ਵਿਚਾਰ ਦਾ ਪ੍ਰਵਾਹ ਮਿਲੇ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ, ਸੰਪੂਰਨ ਦਿਵਸ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਚੱਲ ਰਹੇ ਇਸ ਪ੍ਰਸੰਗ ਵਿੱਚ ਅਸੀਂ ਹੁਣ ਤੱਕ ਵਾਚਰੇ ਸਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਾਵਨ ਦਰਸ਼ਨ ਜੋ ਇੱਕ ਵਾਰ ਸੰਸਾਰ ਦੀ ਨਜ਼ਰਾਂ ਤੋਂ ਅਲੋਪ ਹੋਇਆ, ਜਿਸ ਨੂੰ ਅੱਜ ਤੱਕ ਦੇ ਗਿਆਨੀ ਤੇ ਵਿਗਿਆਨੀ ਸਮਝ ਨਹੀਂ ਪਾਏ, ਨਾ ਕਿਸੇ ਦੀ ਸਮਝ ਆਉਣਾ ਹੈ, ਕਿਉਂਕਿ ਉਹ ਬੁੱਧੀ ਦੀ ਸਮਝ ਤੋਂ, ਬੁੱਧੀ ਦੀ ਸੀਮਾ ਤੋਂ ਪਾਰ ਦੀ ਗੱਲ ਹੈ। ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਹੱਦ ਹੁੰਦੀ ਹੈ। ਸਾਡੀ ਮਤ ਬੁੱਧ ਦੀ ਮਨ ਦੀ ਹੱਦਾਂ ਨੇ। ਅਸੀਂ ਉਹਨਾਂ ਕੀ ਸੋਚ ਸਕਦੇ ਹਾਂ ਜਿੰਨਾ ਕਿ ਸਾਡੀ ਬੁੱਧੀ ਦੀ ਸੀਮਾ ਹੈ, ਅਤੇ ਜਿਹੜੀਆਂ ਚੀਜ਼ਾਂ ਸਾਡੀ ਮਤ ਬੁੱਧ ਤੋਂ ਪਾਰ ਹੋ ਜਾਂਦੀਆਂ ਨੇ ਉਹ ਜਾਂ ਤਾਂ ਅਸੀਂ ਕਹਿੰਦੇ ਨੇ ਇਹ ਹੈ ਹੀ ਨਹੀਂ, ਸਿਆਣੇ ਕਹਿੰਦੇ ਸਾਨੂੰ ਨਹੀਂ ਪਤਾ। ਸਿਆਣਪ ਇਹਦੇ ਵਿੱਚ ਇਹ ਕਿ ਜਿਹੜੇ ਬਾਰੇ ਸਾਨੂੰ ਨਹੀਂ ਪਤਾ ਉਹਨੂੰ ਇਨਕਾਰ ਨਾ ਕਰੀਏ ਕਿ ਮੈਨੂੰ ਨਹੀਂ ਪਤਾ, ਹੋ ਸਕਦਾ ਸਮਾਂ ਪਾ ਕੇ ਪਤਾ ਲੱਗ ਜੇ, ਜਾਂ ਮੇਰੀ ਸੀਮਾ ਤੋਂ ਮੇਰੀ ਹੱਦਾਂ ਤੋਂ ਪਾਰ ਨੇ। ਗੁਰੂ ਨਾਨਕ ਸਾਹਿਬ ਜੀ ਦਾ ਵੇਈਂ ਨਦੀ 'ਚ ਪ੍ਰਵੇਸ਼ ਕਰਨਾ ਇਹ ਮਨੁੱਖ ਦੀ ਮੱਤ ਤੇ ਬੁੱਧੀ ਤੋਂ ਪਾਰ ਦੀ ਗੱਲ ਹੈ, ਕਿਉਂਕਿ ਅੱਜ ਤੱਕ ਜਿਤਨਾ ਵੀ ਸਾਡਾ ਅਧਿਆਤਮਕ ਮੰਡਲ ਹੈ ਜਿਸ ਵਿੱਚ ਅਕਸਰ ਪਰਲੋਕ ਦੀ ਚਰਚਾ ਹੁੰਦੀ ਹੈ, ਉਹ ਸਾਡੇ ਮਤ ਅਤੇ ਬੁੱਧੀ ਤੋਂ ਪਾਰ ਦੀ ਗੱਲ ਹੈ। ਚਰਚਾਵਾਂ ਅਸੀਂ ਕਰਦੇ ਹਾਂ ਕਿਉਂਕਿ ਸਾਡੇ ਵੱਡਿਆਂ ਨੇ ਉਹਦੇ ਬਾਰੇ ਕੁਝ ਗੱਲਾਂ ਕੀਤੀਆਂ ਨੇ, ਪਰ ਅਸੀਂ ਉਹਦਾ ਅਨੁਭਵ ਨਹੀਂ ਦੱਸ ਪਾਵਾਂਗੇ ਕਿਉਂਕਿ ਅਸੀਂ ਕਿਸੇ ਦੇਖਿਆ ਨਹੀਂ, ਔਰ ਜਿਨ੍ਹਾਂ ਨੂੰ ਉਹ ਮਿਲਦਾ ਹੈ ਉਹ ਦੱਸ ਨਹੀਂ ਸਕਦੇ, ਕਿਉਂਕਿ ਸਾਡੀ ਮਤ ਮਨ ਅਤੇ ਬੁੱਧ ਸਰੀਰ ਦੇ ਹੁੰਦਿਆਂ ਹੀ, ਸਰੀਰ ਦੇ ਵਿੱਚ ਰਹਿੰਦਿਆਂ ਹੀ ਕੰਮ ਕਰਦੀ ਹੈ। ਜਿਹੜੇ ਟਾਵੇਂ ਕਿਤੇ ਬਿਰਲੇ ਗੁਰਮੁਖ ਭਗਤ ਨੇ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਹਿਜ ਪਦ ਦੇ ਚੌਥੇ ਪਦ ਦੇ ਧਾਰਨੀ ਨੇ, ਜਿਹੜੇ ਸਮਾਧੀਆਂ ਦੇ ਦਰਮਿਆਨ ਸਿਮਰਨ ਭਜਨ ਦੇ ਆਪਣੇ ਅਨੁਭਵ ਦੇ ਮੰਡਲਾਂ 'ਚ ਇਹਨਾਂ ਦਾ ਸੰਕੇਤਕ ਦਰਸ਼ਨ ਕਰਦੇ ਨੇ, ਉਹਨਾਂ ਦੀਆਂ ਗੱਲਾਂ ਨੂੰ ਮੰਨਣਾ ਗਿਆਨਵਾਨ ਮੰਡਲਾਂ ਵਾਸਤੇ ਔਖਾ ਬੜਾ ਹੁੰਦਾ ਹੈ। ਗੁਰਬਾਣੀ 'ਚ ਕਿਤੇ ਕਿਤੇ ਉਸ ਪਰਲੋਕ ਤੇ ਸੋਦਰ ਦੇ ਦਰਸ਼ਨ ਨੇ, ਪਰ ਅਸੀਂ ਕਿੰਨਾ ਕੁ ਅਜੇ ਤੱਕ ਸਮਝ ਪਾਏ ਹਾਂ ਕਿ ਸੋਦਰ ਤੇਰਾ ਕਿਹਾ। ਸਾਨੂੰ ਅਜੇ ਤੱਕ ਕਿੰਨਾ ਕੁ ਅਨੁਭਵ ਹੋਇਆ ਕਿ ਗਾਵਨ ਤੁਧ ਨੂੰ ਪਾਉਣ ਨੂੰ ਪਾਣੀ ਬੈਸੰਤਰ, ਇਹਦੇ ਗਾਵਣ ਦਾ ਸਾਨੂੰ ਅਨੁਭਵ ਤੇ ਨਹੀਂ ਨਾ, ਪਰ ਚੂੰਕਿ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਇਸ ਕਰਕੇ ਅਸੀਂ ਮੰਨਦੇ ਹਾਂ ਕਿ ਪਵਨ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਹੈ, ਅਗਨੀ ਵੀ ਗਾ ਰਹੀ ਹੈ। ਸਿਮਰਹਿ ਧਰਤੀ ਔਰ ਆਕਾਸ਼ਾ, ਸਿਮਰਹਿ ਚੰਦ ਸੂਰ ਗੁਣ ਤਾਸਾ, ਇਹ ਸਿਮਰਨ ਕਰਦੇ ਨੇ।
ਸਾਡੀ ਮਤ ਬੁੱਧੀ ਤੋਂ ਪਾਰ ਦੀਆਂ ਗੱਲਾਂ ਨੇ, ਪਰ ਚूँकि ਗੁਰਬਾਣੀ 'ਚ ਮਹਾਰਾਜ ਨੇ ਦੱਸਿਆ ਹੈ, ਇਸ ਕਰਕੇ ਅਸੀਂ ਇਸ ਮੰਨਦੇ ਹਾਂ। ਵੇਈਂ ਨਦੀ ਦਾ ਦਰਸ਼ਨ ਚूँकि ਗੁਰੂ ਪਾਤਸ਼ਾਹ ਦੇ ਇਤਿਹਾਸ ਅਤੇ ਸਾਖੀ ਨਾਲ ਸੰਬੰਧ ਰੱਖਦਾ ਹੈ, ਇਸ ਕਰਕੇ ਇਹਦਾ ਦਰਸ਼ਨ ਗੁਰਬਾਣੀ 'ਚ ਨਹੀਂ। ਤੇ ਹਾਂ, ਇਸ ਵਕਤ ਜੋ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਗੁਰਬਾਣੀ ਸਾਨੂੰ ਜ਼ਰੂਰ ਮਿਲਦਾ ਹੈ। ਸਮੇਂ ਸਮੇਂ ਅੱਗੇ ਆਪਾਂ ਉਹਦਾ ਦਰਸ਼ਨ ਵੀ ਕਰਾਂਗੇ। ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਵੇਈਂ ਦੇ ਇਸ ਕੌਤਕ ਦੀ ਚਰਚਾ ਹੋਈ ਹੈ ਅਤੇ ਲੋਕਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਘਟਨਾ ਚੱਕਰ ਨੂੰ, ਘਟਨਾਕ੍ਰਮ ਨੂੰ ਦੇਖਣਾ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਸਵੇਰ ਤੋਂ ਸ਼ਾਮ ਹੋ ਗਈ, ਤਲਾਸ਼ ਕਰਦਿਆਂ ਕਰਦਿਆਂ ਅਖੀਰ 'ਤੇ ਨਵਾਬ ਵੀ ਮੁੜ ਗਿਆ ਥੱਕ ਹਾਰ ਕੇ, ਟੋਭੇ ਵੀ ਮੁੜ ਗਏ, ਬੇੜੀਆਂ ਪਾਉਣ ਵਾਲੇ, ਮਲਾਹ, ਜਾਲ ਪਾਉਣ ਵਾਲੇ ਸਭ ਮੁੜ ਗਏ, ਥੱਕ ਗਏ, ਟੁੱਟ ਗਏ। ਭਾਈਆ ਜੈਰਾਮ ਵੀ ਥੱਕ ਟੁੱਟ ਕੇ ਘਰ ਆ ਗਏ। ਜਦੋਂ ਭਾਈਆ ਜੈਰਾਮ ਵੀ ਥੱਕੇ ਟੁੱਟੇ ਘਰ ਆਏ, ਆਂਢੀ ਗੁਆਂਢੀ ਮੁਹੱਲਾ ਇਕੱਠਾ ਹੋ ਗਿਆ। ਕੀ ਹੋਇਆ, ਕਿਵੇਂ ਹੋਇਆ, ਕਿੱਦਾਂ ਹੋ ਗਿਆ, ਤਮਾਮ ਪ੍ਰਕਾਰ ਦੀਆਂ ਗੱਲਾਂ ਹੋਣ ਲੱਗ ਪਈਆਂ। ਜੋ ਹੁਣ ਤੱਕ ਮਾਤਾ ਸੁਲੱਖਣੀ ਸਾਹਿਬ ਜੀ ਹੌਸਲਾ ਕਰਕੇ ਬੈਠੇ ਸਨ, ਇੱਕ ਮਨੁੱਖੀ ਮਾਨੀ ਹੈ ਨਾ, ਉਹ ਹੌਸਲੇ ਦਾ, ਧੀਰਜ ਦਾ ਬੰਧ ਟੁੱਟ ਗਿਆ, ਮਨ ਭਰ ਗਿਆ, ਗੱਚ ਭਰ ਗਿਆ, ਰੋਣ ਤੱਕ ਆ ਗਏ। ਦੇਖਿਆ ਕਰ ਬਾਬਾ ਵਡੇਰੇ ਬਾਬਾ ਪਰਮਾਨੰਦ ਜੀ, ਉਹ ਵੀ ਉਦਾਸ ਚੁੱਪ ਬੈਠੇ ਨੇ, ਕੀ ਗੱਲ ਕਰਨ। ਪਰਿਵਾਰ ਜਿਨ੍ਹਾਂ ਦੇ ਨਾਲ ਕਿਤੇ ਅਸੀਂ ਬੀਤਦੀ ਹੈ, ਉਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਕੋਈ ਜਵਾਨ ਵਿਅਕਤੀ ਘਰ ਚੋਂ ਅਚਾਨਕ ਕਿਸ ਤਰ੍ਹਾਂ ਭਾਣਾ ਵਰਤ ਜਾਂਦਾ ਹੈ ਅਤੇ ਉਸ ਘਰ ਵਿੱਚ ਕੀ ਬੀਤ ਰਹੀ ਹੁੰਦੀ ਹੈ। ਗੱਲਾਂ ਕਰਨੀਆਂ ਸੁਖਾਲੀਆਂ ਹੁੰਦੀਆਂ ਨੇ। ਕਈ ਵਾਰ ਅਸੀਂ ਦੋ ਕੁ ਗੱਲਾਂ ਫਿਲਾਸਫੀ ਦੀਆਂ ਪੜ੍ਹ ਲੈਂਦੇ ਹਾਂ ਅਤੇ ਵੱਡੇ ਵੱਡੇ ਬੋਲ ਬੋਲਣ ਲੱਗ ਪੈਂਦੇ ਹਾਂ, ਪਰ ਜਦੋਂ ਐਕਚੁਅਲੀ ਕਿਸੇ ਘਰ ਵਿੱਚ ਇਹੋ ਜਿਹਾ ਭਾਣਾ ਵਰਤਦਾ ਹੈ ਕਿ ਘਰ ਦਾ ਜਵਾਨ ਮੁਖੀ ਵਿਅਕਤੀ, ਜਿਹਦੇ ਆਲੇ ਦੁਆਲੇ ਘਰ ਪਰਿਵਾਰ ਸਾਰਾ ਖਿੜਿਆ ਹੋਵੇ, ਜੋ ਘਰ ਦਾ ਧੁਰਾ ਹੋਵੇ, ਅਚਾਨਕ ਉਹਦੇ ਇਹੋ ਜਿਹੇ ਤੁਰ ਜਾਣ ਦੀ ਖਬਰ ਘਰ ਵਿੱਚ ਆਵੇ ਅਤੇ ਘਰ ਦੇ ਜੀਆਂ 'ਤੇ ਕੀ ਬੀਤਦੀ ਹੈ, ਇਹ ਜਿਸ ਤਨ ਲਾਗੇ ਸੋਈ ਜਾਣਾ। ਇਸ ਸਾਰੇ ਮਾਹੌਲ ਦੇ ਵਿੱਚ ਜੋ ਗਮ ਨਾ ਭਰਿਆ ਹੈ, ਅਗਰ ਕੋਈ ਦੁੱਖ ਮੈਂ ਦੁੱਖ ਨਹੀਂ ਮੰਨ ਰਿਹਾ, ਜੋ ਅੱਗੇ ਜਾ ਕੇ ਸਾਨੂੰ ਮਹੱਲੇ 9ਵੇਂ 'ਚ ਬਚਨ ਦਿੱਤਾ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਇਹ ਕਰਕੇ ਦਿਖਾਇਆ ਗਿਆ। ਮਤ ਖਿਆਲ ਕਰਨਾ ਵੀ ਇਹ ਸਾਨੂੰ ਕੇਵਲ ਫਿਲਾਸਫੀ ਤੁਕ ਸੁਣਾ ਦਿੱਤੀ ਕਿ ਦੇਖੋ ਜੀ ਦੁੱਖ ਦੁੱਖ ਨਹੀਂ। ਇਹ ਤੋਂ ਵੱਡਾ ਦੁੱਖ ਸ਼ਾਇਦ ਕਿਸੇ ਪਰਿਵਾਰਕ ਮੰਡਲ ਵਾਸਤੇ ਨਹੀਂ ਹੋ ਸਕਦਾ ਕਿ ਭੈਣ ਵਾਸਤੇ, ਇੱਕ ਪਤਨੀ ਵਾਸਤੇ, ਪਰਿਵਾਰ ਦੇ ਜੀਆਂ ਵਾਸਤੇ ਇਹ ਤੋਂ ਵੱਡਾ ਦੁੱਖ ਕੀ ਹੋਵੇਗਾ। ਪਰ ਇਹਦੇ ਵਿੱਚ, ਦੁੱਖ ਦੇ ਵਿੱਚ ਵੀ ਅਗਰ ਕੋਈ ਦੁੱਖ ਨੂੰ ਨਹੀਂ ਮੰਨ ਰਿਹਾ, ਉਸ ਕਰਤਾਰ ਦੀ ਰਜ਼ਾ ਵਿੱਚ ਅਤੇ ਗੁਰੂ ਨਾਨਕ 'ਤੇ ਪੂਰਾ ਭਰੋਸਾ, ਯਾਦ ਰੱਖਣਾ ਸਾਡਾ ਭਰੋਸਾ ਤੇ ਕਿਣਕਾ ਮਾਤਰ ਵੀ ਨਹੀਂ ਹੈ। ਸਾਨੂੰ ਤੇ ਘੜੀ ਪ੍ਰਸ਼ਾਦ ਲੇਟ ਹੋ ਜੇ ਤਾਂ ਅਸੀਂ ਕਲਪਣ ਲੱਗ ਪੈਨੇ। ਬੇਬੇ ਨਾਨਕੀ ਨੇ ਬਿਲਕੁਲ ਪੂਰਨ ਭਰੋਸੇ 'ਚ ਅਡੋਲ ਟਿਕੇ ਹੋਏ। ਦੇਖ ਰਹੇ ਨੇ ਆਲੇ ਦੁਆਲੇ ਪਰਿਵਾਰ 'ਚ ਸ਼ੋਕ ਹੈ। ਮਾਤਾ ਸੁਲੱਖਣੀ ਜੀ ਗਾਹੇ ਬਗਾਹੇ ਨਹੀਂ ਬਲਕਿ ਰੋ ਰਹੇ ਨੇ, ਮਨ ਸਭ ਦਾ ਉਦਾਸ ਹੈ। ਹੁਣ ਕਿਹਨੂੰ ਕਿਹਨੂੰ ਸਮਝਾਉਣ, ਸਭ ਨੂੰ ਵਾਰੀ ਵਾਰੀ ਤਰਵਾਸ ਦਿੰਦੇ ਨੇ। ਇੱਥੋਂ ਤੱਕ ਸੇਵਕ ਸੇਵਾਦਾਰਨੀਆਂ ਵੀ ਰੋ ਰਹੇ ਨੇ, ਕਿਉਂਕਿ ਗੁਰੂ ਨਾਨਕ ਦਾ ਤੇ ਪਿਆਰ ਇੱਕ ਨਵੇਕਲਾ ਸੀ। ਸ਼ੋਕ ਕੁਸ਼ੋਰ ਸੁਣਿਓ ਚਾਹੋ ਔਰ ਧੀਰਜ ਛੋਰ ਦਿਓ। ਸਭ ਦਾ ਧੀਰਜ ਟੁੱਟ ਗਿਆ ਜਦੋਂ ਭਾਈ ਜੈਰਾਮ ਜੀ ਘਰ ਆਏ ਨਾ, ਖਾਲੀ ਹੱਥ, ਉਦਾਸ। ਹੁਣ ਤੱਕ ਤੇ ਉਮੀਦ ਸੀ ਕਿ ਚਲੋ ਲੱਭਣ ਗਏ ਨੇ, ਬੰਦੇ ਲੱਭ ਰਹੇ ਨੇ, ਕੁਛ ਲੱਭੇਗਾ ਤੇ ਕੁਛ ਵੀ ਨਹੀਂ ਲੱਭਾ ਤੇ ਸਭ ਦਾ ਧੀਰਜ ਟੁੱਟ ਗਿਆ। ਦੇਖ ਰਹੇ ਨਾਨਕੀ ਹੇਰ ਦਿਸ਼ਾ ਸਭ ਕੀ। ਬੇਬੇ ਨਾਨਕੀ ਦੇਖ ਰਹੇ ਨੇ ਸਾਰਿਆਂ ਵੱਲ। ਖੁਦ ਉਦਾਸ ਜਿਆਨ ਸੰਗਾਤੀ। ਇੱਥੋਂ ਤੱਕ ਦਾਸ ਦਾਸੀਆਂ ਭਾਵ ਸੇਵਕ ਸੇਵਾਦਾਰਨੀਆਂ ਉਹ ਵੀ ਭੁੱਬਾਂ ਮਾਰ ਕੇ ਰੋਣ ਲੱਗ ਪਏ। ਸੰਗਾਤੀ ਕਹਿੰਦੇ ਨੇ ਜਿਹੜੇ ਆਂਢੀ ਗੁਆਂਢੀ ਸੰਗੀ ਸਾਥੀ ਨੇ, ਸਭ ਉਦਾਸ ਗਮਗੀਨ ਨੇ। ਇੱਕ ਕੋਲਾਹਲ ਹੈ। ਕੰਤ ਪਿਤਾ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਸਹੁਰਾ, ਪਤੀ ਦਾ ਪਿਤਾ ਬਾਬਾ ਪਰਮਾਨੰਦ ਜੀ ਬਜ਼ੁਰਗ ਨੇ। ਸ਼ਾਂਤ ਬੈਠੇ ਨੇ, ਕੀ ਕਹਿਣ, ਕੀ ਬੋਲਣ, ਕੀ ਕਿਸ ਨੂੰ ਜਵਾਬ ਦੇਣ। ਪੁਨ ਕੰਤ ਬਿਸੂਰਤ,
ਕੰਤ ਵੀ ਵਿਸੂਰ ਤੇ ਝੂਰਦੇ ਨੇ, ਭਾਈ ਅਜੈ ਰਾਮ ਵੀ ਉਦਾਸ ਨੇ। ਸੋਦਰ ਕੀ ਤਰੁਣੀ, ਭਰਾ ਦੀ ਘਰ ਵਾਲੀ ਮਾਤਾ ਸੁਲੱਖਣੀ, ਬਿਲਲਾਤੀ, ਸਭ ਰੋਂਦੇ ਪਏ ਨੇ। ਹੁਣ ਹੌਲੀ ਹੌਲੀ ਕਿਹਨੂੰ ਕਿਹਨੂੰ ਜਾ ਕੇ ਸਮਝਾਉਣ, ਕਹਿਣ ਲੱਗੇ ਬੀਬੀ ਸੁਲੱਖਣੀ ਕੋ ਗਏ, ਕਹਿਣਗੇ ਬਾਹੇ ਗਏ ਸੁਪ੍ਰਬੋਧਤ ਭਈ। ਗਲਵੱਕੜੀ 'ਚ ਲੈ ਕੇ ਹੱਥ ਫੜ ਕੇ ਕਹਿਣ ਲੱਗੇ ਸੁਮੱਤੇ ਸਿਆਣੀ ਬਣ, ਤੂੰ ਤੇ ਸਿਆਣੀ ਬਹੁਤ ਵੱਡੇ ਭਾਗਾਂ ਵਾਲੀ ਹੈ। ਤੇਰੇ ਤੋਂ ਵੱਡੇ ਭਾਗਾਂ ਵਾਲਾ ਕੌਣ ਹੋਏਗਾ? ਸ਼ੋਕ ਤਜ, ਤੂੰ ਗਮ ਨਾ ਕਰ। ਸੁਣੋ ਮੰਬਾਤੀ, ਮੇਰੀ ਗੱਲ ਸੁਣ। ਦੇਖ, ਦੁੱਖ ਦੁਨੀਆਵੀ ਤੌਰ 'ਤੇ ਮੈਥੋਂ, ਮੇਰਾ ਭਰਾ ਛੋਟਾ ਹੈ, ਮੈਂ ਹੱਥੀਂ ਪਾਲਿਆ, ਮੈਨੂੰ ਦੁੱਖ ਨਹੀਂ ਹੋ ਸਕਦਾ। ਨਹੀਂ, ਗੁਰੂ ਨਾਨਕ ਦਾ ਦੁੱਖ ਨਹੀਂ ਹੈ। ਭਾਗਵਤੀ ਤੁਝ ਦੇਹ ਆਹ, ਤੂੰ ਤੇ ਭਾਗਾਂ ਵਾਲੀ ਹੈ। ਤੇਰੇ ਵਰਗੀ ਭਾਗਾਂ ਵਾਲੀ ਸੰਸਾਰ 'ਚ ਇਸਤਰੀ ਹੋਰ ਕੌਣ ਹੋਏਗੀ? ਸੰਕਟ ਦੇ ਨਾ ਯੋਗ ਲਖੀਜੈ। ਇਹ ਸੋਚ ਕਿ ਨਾਨਕ ਜੀ ਵੱਲੋਂ ਕਿਸੇ ਨੂੰ ਵੀ ਦੁੱਖ ਨਹੀਂ ਦਿੱਤਾ ਜਾ ਸਕਦਾ, ਤੇ ਤੈਨੂੰ ਦੁੱਖ ਮਿਲੇਗਾ? ਤੂੰ ਤੇ ਅਰਧੰਗ ਨਹੀਂ ਉਹਨਾਂ ਦੀ, ਤੂੰ ਤੇ ਉਹਨਾਂ ਦਾ ਘਰ ਪਰਿਵਾਰ ਹੈ। ਭੇਦ ਕਛੂ ਨ ਜਾਣਤ ਤਾਹੇ ਕੋ, ਤੂੰ ਅਜੇ ਤੱਕ ਉਹਦਾ ਭੇਤ ਨਹੀਂ ਜਾਣਿਆ। ਇਤਨਾ ਸਮਾਂ ਹੋ ਗਿਆ ਤੁਹਾਨੂੰ ਇਕੱਠਿਆਂ ਰਹਿੰਦਿਆਂ, ਫਿਰ ਵੀ ਤੂੰ ਸ਼ਾਇਦ ਨਾਨਕ ਜੀ ਦੇ ਬਾਰੇ ਪੂਰਾ ਕੁਝ ਨਹੀਂ ਜਾਣ ਪਾਈ। ਬਾਦ ਹੀ ਸ਼ੋਕ ਚਿੰਤ ਕਰੀ ਜਾਏ, ਤੈਨੂੰ ਤੇ ਕਿਸੇ ਪ੍ਰਕਾਰ ਦਾ ਸ਼ੋਕ ਤੇ ਚਿੰਤਾ ਕਰਨਾ ਹੀ ਨਹੀਂ ਚਾਹੀਦਾ, ਕਿਉਂਕਿ ਤੈਨੂੰ ਤੇ ਪਤਾ ਹੋਣਾ ਚਾਹੀਦਾ ਕਿ ਨਾਨਕ ਕੌਣ ਹੈ। ਤੋ ਪਤ ਆਏ ਮਿਲੈ ਨਿਸ਼ਚੈ ਕਰ, ਮੇਰੀ ਗੱਲ ਨਿਸ਼ਚੇ ਨਾ ਪੱਲੇ ਬੰਨ ਲਾ। ਤੇਰਾ ਪਤੀ ਆਏਗਾ, ਤੈਨੂੰ ਮਿਲੇਗਾ। ਸਿੱਖਿਓ ਮੇਰੀ ਦ੍ਰਿੜੈ ਹਿਰਦੈ ਦ੍ਰਿੜ ਕੀਲੀਜੈ, ਮੇਰੀ ਗੱਲ ਹਿਰਦੇ 'ਚ ਪੱਕੀ ਕਰਕੇ ਗੰਢ ਬੰਨ੍ਹ ਲੈ। ਨਾਨਕ ਜੀ ਨੇ ਆਉਣਾ ਹੈ, ਸਾਨੂੰ ਸਾਰਿਆਂ ਨੂੰ ਪਰਿਵਾਰ 'ਚ ਉਸੇ ਤਰ੍ਹਾਂ ਮਿਲਣਾ ਹੈ ਜਿਵੇਂ ਹੁਣ ਤੱਕ ਮਿਲਦੇ ਰਹੇ ਨੇ। ਹਾਂ, ਜੇ ਤੇਰੇ ਮਨ 'ਚ ਬਹੁਤੀ ਗੱਲ ਹੈ ਨਾ, ਮੇਰੇ 'ਤੇ ਵਿਸ਼ਵਾਸ ਨਹੀਂ ਕਰਦੀ, ਤੇ ਚੱਲ ਇੰਝ ਕਰ, 3 ਦਿਨਾਂ ਲੱਗ, 3 ਦਿਨ ਮੇਰੇ ਕਹਿਣ 'ਤੇ। ਹੇ ਸੁਕੁਮਾਰ, ਤੂੰ ਤੇ ਜੇ ਸੰਸਾਰ ਵੇਖਿਆ ਹੀ ਨਹੀਂ ਹੈ, ਸੰਸਾਰ ਦੇ ਬਹੁਤੇ ਦੁਨੀਆਦਾਰੀ ਦਾ ਤੈਨੂੰ ਨਹੀਂ ਪਤਾ। ਤੂੰ ਸੰਸਾਰ ਦੇ ਵਿੱਚ ਜੇ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਨਹੀਂ ਨਿਭਾਈਆਂ, ਆਲਾ ਦੁਆਲਾ ਦੁੱਖ ਸੁੱਖ ਤੂੰ ਨਹੀਂ ਹੰਡਾਏ, ਤੂੰ ਨਹੀਂ ਵੇਖਿਆ ਸੰਸਾਰ। ਉਤਾਰ ਨਾ ਸ਼ਿੰਗਾਰ, ਆਮ ਤੌਰ 'ਤੇ ਹੁੰਦਾ ਨਾ ਇਹੋ ਜਿਹੇ ਮੌਕੇ 'ਤੇ ਲੋਕ ਬੀਬੀਆਂ ਜੋ ਸੁਹਾਗ ਦੀਆਂ ਕੁਝ ਪਰਿਵਾਰਕ ਪੁਰਾਣੀ ਨਿਸ਼ਾਨੀਆਂ ਹੁੰਦੀਆਂ ਸਨ, ਉਹ ਲਵਾਉਣ ਲੱਗ ਪੈਂਦੀਆਂ ਸਨ। ਕਹਿਣ ਲੱਗੇ ਨਾ, ਤੂੰ ਜੋ ਕੁਝ ਵੀ ਜਿਸ ਤਰ੍ਹਾਂ ਰਹਿੰਦੀ ਹੈ ਉਸੇ ਤਰ੍ਹਾਂ ਰਹਿ, ਜੋ ਵੀ ਤੇਰਾ ਸ਼ਿੰਗਾਰ ਬਣਦਾ ਤੂੰ ਕਰਿਆ ਕਰ, ਜੋ ਵੀ ਤੇਰੇ ਕੋਲ ਗਹਿਣਾ ਹੈ ਤੂੰ ਜਿਸ ਤਰ੍ਹਾਂ ਰੋਜ਼ਾਨਾ ਪਾਉਂਦੇ ਹੋ ਉਸੇ ਤਰ੍ਹਾਂ। ਬਸ ਬਹੁਤਾ ਨਹੀਂ ਮੰਨਦੇ ਨਾ, ਤੇ ਮੇਰੀ ਗੱਲ ਮੰਨ ਲੈ। 3 ਦਿਨ, ਅੱਜ ਪਹਿਲਾ ਦਿਨ ਗੁਜ਼ਰਿਆ ਨਾ, 3 ਦਿਨ ਇਸੇ ਤਰ੍ਹਾਂ ਟਿਕੀ ਰਹਿ। ਹੇ ਸੁਕੁਮਾਰ, ਉਤਾਰਨ ਸ਼ਿੰਗਾਰ ਮਨੀਜੈ, ਮੇਰੀ ਗੱਲ ਮੰਨ ਲੈ। ਹੇਤ ਸਮੇਤ ਕਿ ਸੀਖ ਸੁਦੇਤ, ਨਾਨਕੀ ਹੇਰ ਸਭੈ ਪਰਿਵਾਰੂ। ਇੰਝ ਬੇਬੇ ਨਾਨਕੀ ਆਪਣੇ ਸਾਰੇ ਪਰਿਵਾਰ ਨੂੰ ਵਾਰੀ ਵਾਰੀ ਕੱਲੇ ਕੱਲੇ ਜੀ ਨੂੰ ਸੁਮੱਤ ਦੇ ਰਹੀ ਹੈ। ਕਦੇ ਬਜ਼ੁਰਗ ਬਾਬੇ ਨੂੰ ਜਾ ਕੇ ਕਹਿੰਦੇ ਕਿ ਭਈ ਤੁਸੀਂ ਵੱਡੇ ਹੋ, ਤੁਸੀਂ ਹੌਸਲਾ ਕਰੋ, ਤੇ ਕਦੇ ਸੇਵਾਦਾਰਨੀਆਂ ਨੂੰ, ਸੇਵਾਦਾਰਾਂ ਨੂੰ ਕੁਝ ਕਹਿੰਦੇ ਨੇ, ਕਦੇ ਆਪਣੇ ਪਤੀ ਘਰ ਵਾਲੇ ਨੂੰ ਕੁਝ ਕਹਿੰਦੇ ਨੇ। ਕੇਤਕ ਕਾਲ ਸੁਨੇ ਚੁੱਪ ਹੋਏ ਕਰ, ਜੇ ਬਚਨਾ ਹਿਤ ਕੇ ਸੁਖ ਕਾਰੂ। ਸਾਰੇ ਉਹਦੇ ਗੱਲਾਂ ਸੁਣਦੇ ਨੇ, ਥੋੜ੍ਹਾ ਜਿਹਾ ਟਿਕਾਓ ਬਣਦਾ ਹੈ, ਪਰ ਉਹਨੇ 'ਚ ਨੂੰ ਫਿਰ ਕੋਈ ਨਾ ਕੋਈ ਆ ਜਾਂਦਾ। ਸਾਡੇ ਸਮਾਜ ਦਾ ਇੱਕ ਬਹੁਤ ਕਮਜ਼ੋਰ ਪੱਖ ਹੈ ਕਿ ਕਿਤੇ ਇਹੋ ਜਿਹਾ ਘਟਨਾਕ੍ਰਮ ਵਰਤਿਆ ਹੋਵੇ ਨਾ, ਤੇ ਲੋਕ ਬੁਲਾਉਣ ਆਉਂਦੇ ਨੇ, ਤੇ ਆ ਕੇ ਧਰਵਾਸਤੀ ਗੱਲ ਘੱਟ ਕਰਦੇ ਨੇ, ਤੇ ਨੈਗੇਟਿਵਿਟੀ ਦੀਆਂ ਗੱਲਾਂ ਬਹੁਤੀਆਂ ਕਰਦੇ ਨੇ। ਚਾਹੀਦਾ ਤੇ ਇਹ ਕਿ ਜਿਨ੍ਹਾਂ ਦੇ ਨਾਲ ਇਹ ਭਾਣਾ ਵਰਤਿਆ ਹੋਵੇ ਉਹਨੂੰ ਹੌਸਲਾ ਦੇਣਾ ਚਾਹੀਦਾ, ਕੋਈ ਗੱਲ ਨਹੀਂ। ਪਰ ਨਹੀਂ, ਲੋਕ ਕੀ ਹੋ ਗਿਆ, ਕਿੱਦਾਂ ਹੋ ਗਿਆ, ਬੜਾ ਮਾੜਾ ਹੋਇਆ। ਅੱਜ ਵੀ ਇਹੋ ਜਿਹੀਆਂ ਗੱਲਾਂ ਘਰਾਂ 'ਚ ਲੋਕ ਆ ਕੇ ਕਰਦੇ, ਤੇ ਜਿਹੜੇ ਜੀ ਨੂੰ ਮਸਾਂ ਸਿਆਣੇ ਹੌਸਲਾ ਦੇ ਕੇ ਟਿਕਾਇਆ ਹੁੰਦਾ ਹੈ, ਉਹ ਫਿਰ ਇਹੋ ਜਿਹੀਆਂ ਗੱਲਾਂ ਕਰਕੇ ਸੁਣ ਕੇ ਫਿਰ ਫੁੱਟ ਪੈਂਦਾ, ਕਿਉਂਕਿ ਮਨ 'ਚ ਵੈਰਾਗ ਜੋ ਹੋਇਆ ਤੇ ਵੈਰਾਗ ਫਿਰ ਫੁੱਟ ਪੈਂਦਾ। ਇੰਝ ਹੀ ਸਾਰਿਆਂ ਨੂੰ ਸਮਝਾਉਂਦੇ ਬੁਝਾ ਕੇ ਟਿਕਾਉਂਦੇ ਨੇ, ਤੇ ਕੋਈ ਨਾ ਕੋਈ ਇੰਨੇ ਚਿਰ ਨੂੰ ਆ ਕੇ ਫਿਰ ਗੱਲ ਛੇੜ ਦਿੰਦਾ।
बड़ा माड़ा होया जी, नानक ते बड़े चंगे सन, बड़े भले सन, बड़े दानी सन। वो फिर अंदर का जो प्रेम है वो फिर लावा बन के फुट पैंदा। मूर्त फिर सलोनी चितारिक, वो फिर गुरु नानक का पावन स्वरूप फिर सुंदर मूर्त सामने आ जाती है। शोर उठे एक बार खबारू, तो कई तो साढ़े घर के इहो ਜਿਹੇ ਹੁੰਦੇ ने, पिछों चंगे भले गल्लां बातां करते आउणगे ते दरवाजे ते आके रोण पिटन लग पैंदे ने। वो बने बनाए माहौल में आके फिर खलल पै जांदा। इंज बेबे नानकी जी सारा दिन गुजर गया संभालदियां संभालदियां, पर लोग नहीं मनते, आके घर दे जियां नूं तंग करते। जो पुर में सुनै शोक विखै, सो रोए उठै। और ये केवल घर की गल नहीं है, नगर विच ही हालत है। जिहड़ा गली बाजार सुनता है भी नानक जी इशनान करन गए, बाहर ही नहीं आए, लोग तो कहंदे डुब गए, जिहड़े प्यारे ने रोण लग पैंदे ने। और इंज गुण भाख आचारू, क्योंकि गुरु नानक पातशाह साहब जी के गुण ही इन्ने ज़्यादा ने, उपकार ही इन्ने ज़्यादा ने। जिहड़ा मिलदा जी मेरे नाल ते आह गल हुई सी, मैनूं ते इदां मदद कीती सी, अपने अपने गल्लां दस के सब दा मन भर जाता है। केऊ मीत होते सुरोत हैं, आपन पै मिल बैसत बरिंदा। ਜਿਹੜੇ दुकान ਦੇ ਨਾਲ ਵਪਾਰ ਨਾਲ ਸੰਬੰਧ ਰੱਖਦੇ ਸਨ, ਉਹ ਹੁਣ ਦੁਕਾਨ ਤੇ ਬੈਠੇ ਨੇ ਵਿਚਾਰੇ। ਅੱਜ ਤੇ ਦੁਕਾਨ ਦਾ ਵੀ ਕੰਮ ਠੱਪ ਹੋਇਆ ਪਿਆ, ਸਾਰਾ ਦਿਨ ਕੋਈ ਕਾਰ ਵਿਹਾਰ ਨਹੀਂ, ਉੱਥੇ ਲੋਕ ਇਕੱਠੇ ਹੋ ਕੇ ਬੈਠੇ ਨੇ। ਜਿਹੜੇ ਅੱਜ ਦੁਕਾਨ ਤੇ ਕੰਮ ਕਰਨ, ਅੱਜ ਕੱਲ੍ਹ ਆਪਾਂ ਸਟਾਫ ਕਹਿ ਦਿੰਦੇ ਹਾਂ, ਜੋ ਕਰਿੰਦੇ ਨੇ ਭਾਈ ਬਾਲਾ ਜੀ ਦੇ ਨਾਲ ਹੋਰ ਸੰਗੀ ਸਾਥੀ, ਉਹ ਉੱਥੇ ਬੈਠੇ ਵਿਚਾਰੇ ਚੁੱਪਚਾਪ ਉਦਾਸ। ਕੋ ਆਨ ਆਵਾਸ ਵਿਖੈ, ਕਹੈ ਬੈਨ ਜਰਾਮ ਸੋ ਭਾ ਅਤ ਮੰਦਾ। ਤੇ ਬਹੁਤ ਸਾਰੇ ਤੇ ਉਹ ਨੇ ਜੋ ਘਰ ਆ ਜਾਂਦੇ ਨੇ ਤੇ ਭਾਈਆ ਜੈਰਾਮ ਜੀ ਦੇ ਨਾਲ ਕਹਿੰਦੇ, ਭਾਈ ਤੇਰੇ ਨਾਲ ਤੇ ਬੜਾ ਮਾੜਾ ਹੋਇਆ। ਸਾਡਾ ਬੋਲ ਹੀ ਇਹੋ ਜਿਹਾ ਹੁੰਦਾ ਹੈ, ਭਾਈ ਤੁਹਾਡੇ ਨਾਲ ਤੇ ਬੜਾ ਮਾੜਾ ਹੋਇਆ, ਤੁਹਾਡੇ ਨਾਲ ਤੇ ਬੜਾ ਮਾੜਾ ਹੋਇਆ। ਉਹ ਭਾਈਆ ਜੈਰਾਮ ਜੀ ਸੁਣ ਸੁਣ ਕੇ ਗੱਲਾਂ ਪੱਕ ਗਏ ਨੇ। ਜਿਹੜਾ ਆਉਂਦਾ, ਜੈਰਾਮ ਤੇਰੇ ਨਾਲ ਤੇ ਬੜਾ ਮਾੜਾ ਹੋਇਆ, ਜੈਰਾਮ ਤੇਰੇ ਨਾਲ ਤੇ ਬੜਾ ਮਾੜਾ ਹੋਇਆ। ਇੰਜ ਭਾਈਆ ਜੈਰਾਮ ਜੀ ਸੁਣ ਜਾਂਦੇ ਨੇ। ਕੋਈ ਕਹਿੰਦਾ ਕੈਸੇ ਅਚਾਨਕ ਰੀਤ ਬਣੀ, ਇਹ ਸਭ ਕੁਝ ਅਚਾਨਕ ਕੀ ਹੋ ਗਿਆ। ਇਸ਼ਨਾਨ ਕਰੇ ਨਿਤ ਬੇਤਨ ਨਿੰਦਾ, ਵੀ ਤੇ ਨਿਤ ਦੇ ਧਾਰੂ ਸਨ, ਰੋਜ਼ਾਨਾ ਇਸ਼ਨਾਨ ਕਰਨ ਜਾਂਦੇ ਸਨ। ਇਹ ਕਿਹੜੇ ਪਹਿਲੇ ਅੱਜ ਪਹਿਲੀ ਵਾਰ ਨਦੀ ਤੇ ਗਏ, ਰੋਜ਼ਾਨਾ ਇਸ਼ਨਾਨ ਕਰਦੇ ਸਨ, ਰੋਜ਼ਾਨਾ ਦਰਿਆ ਤੇ ਨਹਾਉਂਦੇ ਸਨ। ਅੱਜ ਕੀ ਹੋ ਗਿਆ, ਬੜਾ ਮਾੜਾ ਹੋਇਆ ਤੁਹਾਡੇ ਨਾਲ। ਇਹੋ ਜਿਹੀਆਂ ਗੱਲਾਂ ਲੋਕ ਕਰਦੇ ਨੇ। ਦੇਹ ਬਹੋਰ ਨਾ ਹੱਥ ਲੱਗੀ, ਫਿਰ ਸਭ ਤੋਂ ਵੱਡੀ ਮਾੜੀ ਗੱਲ ਇਹ ਕਿ ਤੁਹਾਨੂੰ ਦੇਹ ਵੀ ਨਹੀਂ ਮਿਲੀ, ਤੁਸੀਂ ਇੱਧਰ ਉੱਧਰ ਲੱਭ ਬੈਠੇ ਹੋ। ਬਹੁਕੀਨ ਉਪਾਹ ਠੰਡ ਨਰਿੰਦਾ, ਨਵਾਬ ਤੱਕ ਨੇ ਮਿਹਨਤ ਕੀਤੀ ਤਾਂ ਵੀ ਸਰੀਰ ਨਹੀਂ ਲੱਭਾ। ਇਹੋ ਜਿਹੀਆਂ ਘਰ ਪਰਿਵਾਰ 'ਚ ਤਮਾਮ ਲੋਕ ਆਉਂਦੇ ਨੇ, ਗੱਲਾਂ ਬਾਤਾਂ ਕਰਦੇ ਨੇ। ਇੰਜ ਭਾਈਆ ਜੈਰਾਮ ਜੀ ਦੇ ਮਨ ਦੇ ਇਹਨਾਂ ਚੀਜ਼ਾਂ ਦਾ ਬੜਾ ਅਸਰ ਪੈ ਰਿਹਾ। ਅਤੇ ਕੁਝ ਮੂੰਹ ਭਰ ਲੋਕ ਉਹ ਵੀ ਨੇ ਜੋ ਸਾਹਮਣੇ ਆ ਕੇ ਕੁਝ ਹੋਰ ਵੀ ਮਾੜੇ ਚੰਗੇ ਬੋਲ ਵੀ ਬੋਲ ਜਾਂਦੇ ਨੇ। ਇਸ ਪ੍ਰਕਾਰ ਸਭ ਮੰਨ ਕੇ ਆਸ਼ਚਰਜ ਪੁਰ ਨਰ ਨਾਰ। ਲੋਕ ਹੈਰਾਨ ਨੇ, ਕੀ ਹੋ ਗਿਆ, ਕਿਵੇਂ ਹੋ ਗਿਆ, ਭਾਣਾ ਕੀ ਵਰਤ ਗਿਆ। ਕੋਇਕ ਸੁਜਸ ਉਚਾਰਹੀਂ, ਕੁਝ ਤੇ ਬਹੁਤੇ ਤੇ ਪਿਆਰੇ ਜੀ ਸਿਫਤਾਂ ਕਰਦੇ ਨੇ, ਵਿਰਾਗ ਦੀਆਂ ਗੱਲਾਂ ਜੋ ਸਾਡੇ ਸਮਾਜ ਦੀ ਇੱਕ ਆਮ ਧਾਰਾ ਹੈ। ਵਿਰਾਗ ਵਿੱਚ ਗੱਲਾਂ ਕਰਨੀਆਂ, ਉਹਦੇ ਬਾਰੇ ਗੱਲਾਂ ਕਰਨੀਆਂ, ਉਹਦੇ ਗੁਣਾਂ ਨੂੰ ਵਾਚਣਾ ਵੀ ਹਾਂ ਫਲਾਣਾ ਬੜਾ ਚੰਗਾ ਸੀ ਜੀ, ਪਰਉਪਕਾਰੀ ਸੀ। ਪਰ ਸਾਰੇ ਕੁਝ ਇਹ ਨਹੀਂ ਹੁੰਦੇ ਨਾ। ਕੋਈ ਇੱਕ ਨਿੰਦ ਹੈ ਗੁਆਰ, ਅਤੇ ਕੁਝ ਗੁਆਰ ਮੂਰਖ ਵੀ ਨੇ ਜੋ ਤਮਾਮ ਤਰ੍ਹਾਂ ਤਰ੍ਹਾਂ ਦੇ ਚੰਗੇ ਮੰਦੇ ਕਮੈਂਟ ਕਰਨ ਲੱਗ ਪੈਂਦੇ ਨੇ। ਪਰ ਸਾਡੇ ਸਮਾਜ ਦਾ ਇੱਕ ਇਹ ਵੀ ਕੌੜਾ ਸੱਚ ਹੈ ਕਿ ਇਹੋ ਜਿਹੇ ਕਮੈਂਟ ਵੀ ਅਗਲੇ ਉਹਦੇ ਮੂੰਹ 'ਤੇ ਹੀ ਕਰਨ ਲੱਗ ਪੈਂਦੇ ਨੇ। ਹੁਣ ਭਾਈਆ ਜੈਰਾਮ ਜੀ ਬੈਠੇ ਨੇ ਅਤੇ ਕਈ ਲੋਕ ਆਪਸ 'ਚ ਮੂੰਹ ਜੋੜ ਗੱਲਾਂ ਕਰਨ, ਫਿਰ ਉਹ ਆਵਾਜ਼ਾਂ ਤਾਂ ਭਾਈਆ ਜੈਰਾਮ ਸੁਣਦੇ ਨੇ ਨਾ। ਹੁਣ ਸਾਰੇ ਕਿ ਕੁਝ ਕਹਿੰਦੇ ਪੁਰ ਰੌਰ ਪਰਾ ਬਿਸਮਾਦ ਹਿਰਦੇ ਤਨ ਖੋਜ ਰਹੇ ਕਿਤ ਹੱਥ ਨਾ ਆਇਓ, ਲੈ ਜੀ ਰੌਲਾ ਪੈ ਗਿਆ। ਉਹ ਬੜੀ ਮਿਹਨਤ ਕੀਤੀ, ਬੜੀ ਕੋਸ਼ਿਸ਼ ਕੀਤੀ, ਇਹਨਾਂ ਦਾ ਤਨ ਵੀ ਸਰੀਰ ਵੀ ਹੱਥ ਨਹੀਂ ਆਇਆ। ਨਰ ਨਿੰਦਕ ਜੇ ਨਹਿ ਬਿੰਦ ਹੈ ਭੇਦ ਕੋ। ਜਿਹੜੇ ਨਿੰਦਕ ਲੋਕ ਹੁੰਦੇ ਨਾ, ਉਹਨਾਂ ਨੂੰ ਨਿੰਦਾ ਹੀ ਕਰਨੀ ਹੈ। ਉਹਨੂੰ ਤਾਂ ਮੌਕਾ ਚਾਹੀਦਾ ਇਹੋ ਜਿਹਾ ਕਿਤੇ ਕਿਸੇ ਦੇ ਦੁੱਖ ਸੁੱਖ ਦਾ ਮਤਲਬ ਨਹੀਂ ਉਹਨਾਂ ਨੂੰ ਕਿ ਸਾਡੀਆਂ ਗੱਲਾਂ ਨਾਲ ਕਿਸੇ ਨੂੰ ਦੁੱਖ ਲੱਗਦਾ ਹੈ।
ਸਾਡੀਆਂ ਗੱਲਾਂ ਦੇ ਨਾਲ ਕਿਸੇ ਦੇ ਮਨ ਤੇ ਚੋਟ ਲੱਗਦੀ ਕੋਈ ਮਤਲਬ ਨਹੀਂ, ਬਲਕਿ ਉਹਨਾਂ ਦਾ ਇੱਕ ਸੁਭਾਵਿਕ ਬਿਰਤੀ ਹੁੰਦੀ ਹੈ। ਦੂਸਰੇ ਮਨੁੱਖ ਨੂੰ ਜਿਤਨੀ ਚੋਟ ਤੇ ਸੱਲ ਪੈਦਾ ਹੋਏਗੀ, ਇਹਨਾਂ ਨੂੰ ਓਨਾ ਰਸ ਹੁੰਦਾ। ਇਹ ਨਿੰਦਾ ਰਸ ਹੈ, ਇਹਦੇ ਵਿੱਚ ਇੱਕ ਪਸ਼ੂ ਬਿਰਤੀ ਹੁੰਦੀ ਹੈ ਤੇ ਪਸ਼ੂ ਬਿਰਤੀ ਦੇ ਨਾਲ ਹਿੰਸਕ ਬਿਰਤੀ ਹੁੰਦੀ ਹੈ। ਵੇਖਣ ਨੂੰ ਇਹ ਸਾਊ ਮਨੁੱਖ ਲੱਗਦੇ ਨੇ, ਪਰ ਜਿਹਨੂੰ ਅਸੀਂ ਕਿਤੇ ਕਿਤੇ ਆਪਣੀ ਅੰਦਰ ਦੀਆਂ ਬਿਰਤੀਆਂ ਕਹਿੰਦੇ ਨਾ, ਉਹਨਾਂ ਦੇ ਵਿੱਚ ਇਹਨਾਂ ਦੀ ਬਿਰਤੀ ਹਿੰਸਕ ਪਸ਼ੂਆਂ ਵਾਲੀ ਬਿਰਤੀ ਹੁੰਦੀ ਹੈ ਕਿ ਦੂਜੇ ਨੂੰ ਦੁਖਾ ਕੇ, ਦੂਜੇ ਨੂੰ ਦੁੱਖ ਮਿਲਦਾ ਤੇ ਇਹ ਆਨੰਦ ਲੈਂਦੇ ਨੇ। ਨਰ ਨਿੰਦਹਿ ਜੇ ਨਹਿ ਬਿੰਦਕ ਭੇਦ ਕੋ, ਨਿੰਦਕ ਮੋਹ ਜਿਨੇ ਗਰਸਾਇਓ। ਜਦ ਦਰਅਸਲ ਜਿਨ੍ਹਾਂ ਨੂੰ ਇਸ ਮੋਹ ਰੂਪੀ ਤੰਦੂਏ ਨੇ, ਇਸ ਵਿਕਾਰ 'ਚ ਬਚੇ, ਜਾਣਬੁੱਝ ਕੇ ਨਹੀਂ ਕਰਦੇ, ਉਹ ਬੇਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਉਹਨਾਂ ਦੇ ਮੰਦੇ ਭਾਗ ਨੇ, ਉਹਨਾਂ ਇਹੋ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ। ਅਸੀਂ ਕਦੇ ਕਦੇ ਕਲਪਦੇ ਨਾ ਲੋਕ ਇੱਦਾਂ ਕਿਉਂ ਕਰਦੇ ਨੇ, ਕੀ ਕਾਰਨ? ਕਰਤੇ ਨੇ ਲਾਇਆ ਹੀ ਉਸ ਪਾਸੇ ਉਹਨਾਂ ਨੂੰ ਹੈ, ਉਹਨਾਂ ਨੂੰ ਚੰਗੀਆਂ ਗੱਲਾਂ ਦਿੱਤੀਆਂ ਹੀ ਨਹੀਂ। ਜਿਵੇਂ ਅਸੀਂ ਕਦੇ ਕਦੇ ਸੁਣਦੇ ਨਾ ਕਿ ਮਾੜੇ ਮਨੁੱਖ ਦੇ ਮੂੰਹੋਂ ਰਾਮ ਸ਼ਬਦ ਨਿਕਲਦਾ ਹੀ ਨਹੀਂ, ਉਹ ਚਾਹ ਕੇ ਵੀ ਚੰਗੀਆਂ ਗੱਲਾਂ ਨਹੀਂ ਕਰ ਸਕਦੇ। ਉਹ ਸਤ ਸੰਗਤ ਵਿੱਚ ਵੀ ਆ ਜਾਣ ਤੇ ਇੱਥੇ ਬੈਠ ਕੇ ਕਥਾ ਕੀਰਤਨ ਨਹੀਂ ਸੁਣ ਸਕਦੇ। ਕਿਤੇ ਆ ਜਾਣ ਤੇ ਮਹਾਰਾਜ ਪਤਾ ਕੀ ਕਹਿੰਦੇ ਨੇ ਲੋਕਾਂ ਬਾਰੇ, ਓਏ ਵਲ ਛਲ ਕਰ ਝੱਤ ਕੱਢ ਦੇ। ਉਹ ਇੱਥੇ ਵੀ ਔਖੇ ਸੁਖਾਲੇ ਹੋ ਕੇ ਮਸਾਂ ਟਾਈਮ ਪਾਸ ਕਰਦੇ ਨੇ, ਪਤਾ ਕਿਉਂ? ਕੂੜਿਆਰਾਂ ਚਿੱਤ ਉਦਾਸ। ਫਿਰ ਕੀ ਹੁੰਦਾ? ਇੱਥੇ ਬੈਠੇ ਕਥਾ ਕੀਰਤਨ ਹੋ ਰਿਹਾ, ਮੰਨ ਲਓ ਬਹੁਤ ਆਨੰਦ ਦਾ ਕੀਰਤਨ ਕੋਈ ਕੀਰਤਨੀਆਂ ਕਰਦਾ ਹੈ, ਪਰ ਉਹ ਨਹੀਂ ਟਿਕਣਗੇ। ਸੱਜੇ ਖੱਬੇ ਆਹ ਕੀ ਹੋਇਆ, ਆਹ ਕੀ ਹੋਇਆ, ਉਹ ਵੇਖਦੇ ਵੇਖਦੇ ਮਨ 'ਚ ਤਮਾਮ ਪ੍ਰਕਾਰ ਦਾ ਸੜਦੇ ਭੁੱਜਦੇ ਇੱਥੋਂ ਉੱਠ ਜਾਣਗੇ। ਫਿਰ ਕੁੜਿਆਰ ਕੁੜਿਆਰੀ ਜਾਏ ਰਲੇ, ਫਿਰ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਕੁੜਿਆਰ ਹੁੰਦੇ ਨੇ ਉਹ ਇੱਦਾਂ ਹੀ ਕਰਦੇ ਰਹਿੰਦੇ ਨੇ। ਹੁਣ ਇਹਨਾਂ 'ਚ ਬਹੁਤ ਕੁੜਿਆਰ ਲੋਕ ਵੀ ਨੇ, ਨਿੰਦਾ ਕਰਦੇ ਨੇ, ਉਹਨਾਂ ਦਾ ਬਿਰਤੀ ਇਹੋ ਜਿਹੀ ਹੈ। ਜਿਵੇਂ ਬਿੱਛੂ ਨੂੰ ਬਿਰਤੀ ਮਿਲੀ ਹੈ ਡੰਗ ਹੀ ਮਾਰਨਾ ਹੈ, ਕਿਸੇ ਨੂੰ ਪੀੜਾ ਹੁੰਦੀ ਕਿਸੇ ਜੀਵਨ ਨੂੰ ਤੇ ਡੰਗ ਮਾਰਨਾ ਹੈ, ਸੱਪ ਨੇ ਤੇ ਡੰਗ ਹੀ ਮਾਰਨਾ ਹੈ, ਭਾਵੇਂ ਕੋਈ ਦੁੱਧ ਪਿਲਾਏ ਉਹਨੂੰ। ਤੇ ਕਹਿਣ ਲੱਗੀ ਇਹ ਕੀ ਕਹਿੰਦੇ ਨੇ, ਮੁਖ ਬੈਨ ਅਲਾਏ ਸੁਣਾਏ ਕਹੇ। ਕਈ ਤੇਨੇ ਢੀਠ ਹੁੰਦੇ ਨੇ ਕਿ ਮੂੰਹ 'ਤੇ ਕਹਿੰਦੇ ਨੇ, ਸੁਣਾ ਕੇ ਗੱਲਾਂ ਕਰਦੇ ਨੇ। ਭਾਈ ਆ ਜੈ ਰਾਮ ਜਿੱਥੇ ਬੈਠੇ ਹੁੰਦੇ ਨਾ, ਉਹਦੇ ਕੋਲ ਹੀ ਬਹਿ ਕੇ ਆਪਸ ਗੱਲਾਂ ਕਰਦੇ ਵੀ ਸੁਣੇ। ਇਹ ਕਹਿੰਦੇ ਸੁਗਵਾਏ ਬਿਤੰਗ ਬੌਰ ਪਛਤਾਇਓ। ਪਤਾ ਕੀ ਹੋਇਆ ਹੋਣਾ, ਉਹ ਹੋਣਾ ਕੀ ਸੀ, ਪੈਸੇ ਬਹੁਤੇ ਲੁਟਾ ਲਏ, ਦੁਕਾਨ 'ਤੇ ਬੜਾ ਦਾਨੀ ਬਣੇ ਸੀ ਨਾ, ਬਹੁਤਾ ਖਰਚ ਕਰ ਲਿਆ, ਤੇ ਜਦੋਂ ਹੁਣ ਹਿਸਾਬ ਦੇਖਿਆ ਹੋਣਾ, ਮਨ ਬੜਾ ਪਛਤਾਵਾ ਆ ਗਿਆ ਹੋਣਾ, ਜਲ ਡੂਬ ਗਏ। ਉਹਨਾਂ ਆਪ ਹੀ ਜਲ ਡੁੱਬ ਗਏ ਹੋਣਾ, ਹਿਸਾਬ ਤੋਂ ਦੇਣਾ ਪੈਣਾ ਸੀ। ਨਿਜ ਪ੍ਰਾਨ ਹਇਓ, ਆਪਣੇ ਪ੍ਰਾਣ ਆਪੇ ਹੀ ਅੰਤ ਕਰ ਲਏ ਨੇ। ਨਾ ਕਲੇਸ਼ ਪਾਇਓ, ਵੀ ਕਲੇਸ਼ ਨਹੀਂ ਸਹਿ ਸਕੇ, ਮੁਕਾਬਲਾ ਨਹੀਂ ਕਰ ਸਕੇ, ਉਹ ਹਿਸਾਬ ਕਿਤਾਬ ਦੇਣਾ ਪੈਣਾ ਸੀ। ਵਿਆਹ 'ਤੇ ਬੜਾ ਖਰਚ ਕਰ ਲਿਆ ਹੋਣਾ ਨਾ, ਘਰ ਬੜਾ ਖਰਚ ਸੀ ਇਹਨਾਂ ਦਾ, ਬੜਾ ਵੰਡਦੇ ਸੀ ਨਾ। ਨਹੀਂ ਟਿਕਿਓ, ਇਹ ਤਾਂ ਟਿਕਿਆ ਨਹੀਂ ਗਿਆ। ਟੋਟਾ ਵੱਡੋ ਪਿੱਖ, ਬੜਾ ਵੱਡਾ ਘਾਟਾ ਪੈ ਗਿਆ ਨਾ, ਉੱਤੋਂ ਬੜਾ ਬਣਾ ਕੇ ਰੱਖਿਆ ਹੋਇਆ, ਕਰਜ਼ਾ ਲਿਆ ਹੋਣਾ, ਸਰਕਾਰ ਤੋਂ ਚੁੱਕਿਆ ਹੋਣਾ। ਰੱਟ ਇਹ ਕੋ ਡਰ, ਰੱਟ ਇਹ ਕਹਿੰਦੇ ਨੇ ਜਿਵੇਂ ਸਰਕਾਰੀ ਅਫਸਰ ਆ ਕੇ ਕਿਤੇ ਡਾਂਟਦੇ ਡਪਟਦੇ ਹੁੰਦੇ ਨੇ ਵੀ ਸਰਕਾਰ ਦੀ ਡਾਂਟ ਤੋਂ ਸਰਕਾਰ ਫੜ ਲਏਗੀ, ਹਿਸਾਬ ਮੰਗੇਗੀ। ਉਹ ਜੋ ਰਾਟ ਸਹਿਣੀ ਪੈਣੀ ਸੀ, ਡਰ ਗਿਆ ਹੋਣਾ, ਸਮਝ ਨਹੀਂ ਪਾਇਆ। ਨਹੀਂ ਟਿਕਿਓ ਤੇ ਮਨ ਟਿਕਿਆ ਨੇ, ਟਕ ਟਕ ਕਰੀ ਰੱਤ, ਉਹ ਆਪਣੀ ਜ਼ਿੰਦਗੀ ਆਪੇ ਸਮਾਪਤ ਕਰ ਲਈ ਹੈ। ਪਹਿਲਾਂ ਵੱਡਾ ਦਾਨੀ ਬਣ ਗਿਆ, ਮੁੜ ਕੇ ਖਰਚਾ ਕਰ ਲਿਆ, ਸਾਂਭਿਆ ਨਹੀਂ ਗਿਆ ਤੇ ਡੁੱਬ ਮਰਿਆ। ਟੋਰ ਫਿਰੇ ਤਟ ਔ ਘਟ ਘਾਟ, ਬਦਕਿਸਮਤੀ ਇਹਨਾਂ ਦੀ, ਲੱਭਦੇ ਰਹੇ ਸਰੀਰ ਵੀ ਨਹੀਂ ਲੱਭਾ ਇਹਨਾਂ ਨੂੰ। ਗਇਓ ਕਿਤੇ ਬਾਟੋ, ਇੱਦਾਂ ਲੱਗਦਾ ਡੁੱਬਿਆ ਡੱਬਿਆ ਨਹੀਂ, ਕਿਤੇ ਭੱਜ ਗਿਆ ਹੋਣਾ, ਉਹ ਪਾਰ ਨਿਕਲ ਗਿਆ, ਕਿਤੇ ਚਲਾ ਗਿਆ ਹੋਣਾ। ਨਾ ਜਾਣਤ ਕੋ ਗਤ, ਰੱਬ ਜਾਣੇ ਕੀ ਹੋਇਆ। ਫਿਰ ਕਹਿੰਦੇ ਰੱਬ ਜਾਣੇ ਕੀ ਹੋਇਆ, ਪਤਾ ਨਹੀਂ। ਕੋਟ ਗੱਟੀ ਚੜ੍ਹ ਹੈ ਹਟ ਹੈ, ਕਰੋੜਾਂ ਰੁਪਈਆ ਕੁਰਜਾ ਹੋਣਾ ਇੱਥੇ। ਇੰਨੇ ਸਾਲ ਹੋ ਗਏ ਹੱਟੀ ਦਾ ਕੰਮ ਸਾਂਭਿਆ ਹੋਇਆ, ਖੁੱਲ੍ਹੇ ਲੰਗਰ ਵੰਡੇ, ਖੁੱਲ੍ਹੇ ਭੰਡਾਰ ਭਰੇ ਹੋਏ, ਰਾਜਿਆਂ ਵਾਂਗ ਤੇ ਰਹਿੰਦੇ ਸੀ। ਕਰੋੜਾਂ ਰੁਪਏ ਦਾ ਕਰਜ਼ ਹੋ ਗਿਆ ਹੋਣਾ। ਕਾਨ ਸੁਣੇ ਜੈਰਾਮ ਬੱਤੀਆਂ ਇਤ, ਇਹੋ ਜਿਹੀਆਂ ਗੱਲਾਂ ਭਾਈਆ ਜੈਰਾਮ ਜੀ ਨੂੰ ਕੰਨੀ ਸੁਣਨੀਆਂ ਪੈ ਰਹੀਆਂ ਨੇ, ਪਰ ਕਿਹਨੂੰ ਕਿਹਨੂੰ ਜਵਾਬ ਦੇ ਕੇ ਕਿਹਦਾ ਮੂੰਹ ਚੁੱਪ ਕਰਾਏ। ਮਾਂ ਨਾ ਹੋ
घाव मैं लून लगावत। बस इन्ना समझ लीए कि मानो जख्म होवे तो उत्ते कोई लून छिड़क रहा होवे। एक तो घरों जी उन्हों का मिल नहीं रहा, घर दुखी है, बैराग है, तो इहो ਜਿਹੇ लोग पंचायत ला के घर बैठे ने तो भाई आ जयराम जी के मानो ये लोग लूण छिड़क रहे हैं। एक तो दिल ते सल है की कहण सीस उतने चित खेद भयो अत। मत्थे ते हथ मत्थे ते रख के बैठे ने, की बोलन की कहना लोगों को, क्योंकि हुण कोई जवाब ही नहीं अपने को। एक तो अपना जी नहीं मिलता, दूजा लेख करी जाते करी जान दो भाई। फिर सुनने वाले रोज फकीर को जो खुआवत, बड़े बड़े लंगर लाए सो ना, आवत नाहे रसायन को। भाई कोई इन्हों को रसायन थोड़ा सी, इन्हों को किहड़ा भी कोई रसायन सी कि भी पारजात नूं इहो जिहा रुख मिल गया सी कि धन पैदा करी जाण। आपां पंजाबी च नोट छापी जाते हुण। भै ना करियो, सरकार का तो डर ही नहीं कीता, सरकार ने खजाना की खोलता, ये तो डरे ही नहीं। भवदानी बड़ा दानी बन गया। भाईओ धन भूपत भारी ज्यों भूर लुटाई। राजियां वांग ते धन लुटाया, राजियां वांग ते वंडिया। ग्राम को राज न काज ब्याज को। भाई किहड़ा पिंड दा कोई रियासत इन्हां दी है जां भी बड़ा बड़ा ब्याज का काम है, भी खुला पैसा हुंदा है। आज पिखीस की प्रबताई लै। अज सारे कहिंदे सी ना कोई दिनां दी गल है, आओ जो ही गल होई ना, ਜਿਹੜੇ ਸੀ कई बार नवाब ਨੂੰ ਵੀ ਕਿਹਾ ਸੀ कि भाई हिसाब किताब लै लो, हिसाब किताब लै लो, पर वो भी ध्यान नहीं सी करते। लै अज वेख रब बने बैठे सी, अज हो गया ना भांडा मूधा। आनन निंद बकै। और इहो ਜਿਹੇ लोग ਵਿਹੜੇ 'ਚ बैठे गल्लां करते हैं। अज जदों इहो ਜਿਹੇ शौक आए हुंदे अपने लो मन गम परचावनी, शोक परचावनी ते चर्चा जिहो जिहियां ला के बैठे ने। मुकंद को भेद लखियो न जाए। दरअसल इन्हों पता ही नहीं भी किहदे बारे गल्लां करते हैं। गुरु नानक का भेद तेनों पता ही कुछ नहीं। नगर नरन परिवार पुन सब की दिशा विचार। इंज करदियां करदियां एक दिन गुजर गया, अगला सारा दिन इहो ही चर्चा रही, क्योंकि एक दिन तो घाट ते गुजर गया सी सारा। दूसरा रात कदों गुजर गई गम दे विच। याद रखना खुशी ते गम की रात नहीं पता लगता कदों आउंदी ते कदों गुजर जाती है। कई बार बैठे बैठे इस रात गुजर जाती है, पता लगता है दिन चढ़ गया। इंज दूसरा दिन हो गया, सारे विहड़े च आके लोग गल्लां करते हैं, तरह तरह दी गल्लां सुनते हैं। सेवा सेवादारनियां आके बेबे नानक नूं दस रहे हैं कि भाई लोग आ कहिंदे ने, आ कहिंदे, इदां दी चर्चा बेबे होण लग पईयां ने। हुण बेबे नानकी सब नूं किदा किदा मूँह फड़न, हिम्मत करके माता सुलखणी नूं समझा लिओ ने। बाबा परमानंद जी नूं भीड़ तो वखरा कर लिया कि बजुर्ग तो एवं कोई असर ना पै जाए, पर भाई आ जयराम जी नूं कित्थे लै जाण, तो लोकां च विचरना। भाई घर दे मुखी ने, बाहर बैठना ही बैठना, उन्हां ते बनदा है, बाहर बैठना भी है, सुनना भी है। और सारियां गल्लां भाई आ जयराम जी के मन ते बहुत डूंघा असर पा रही ने। भाई आ जयराम ते 3 दिन मानो बोले ही नहीं, चुप ही गूंगे ही हो गए, किनू की कहना। जब ये करद्या करद्या दुती रैन मैं नानकी, हुण करद्या करद्या दूजी रात आ गई, सारा दिन भी गुजर गया। गल्लां सुनद्या सुनद्या भाईया जी पक गए ने, चुप ही हो गए ने। बेबे नानकी दूजी रात संध्या पई ना, वेख्या भी घर च गमकीनता वध गई है, माहौल भारी होने लग पिया है। सहन शक्ति ते भार चुकण दी एक सीमा होंदी ना, भी घर का माहौल बहुत ही भारा हो गया है। संध्या का वेला होया, धरियो ध्यान सुखदार। सारन जो थोड़ा बहुता भोजन प्रसाद, पहली गल तो इहो जिहे गम च खाधा कित्थे जांदा, ना भुख लगदी ते ना कोई खांदा है। माड़ा मोटा फिर भी सब का आहार करके भी संध्या का वेला हो गया, आपो अपने टिकाणे बैठो। बेबे नानकी जी गुरु नानक साहब के प्यार विच ते गुरु नानक साहब के ध्यान विच बैठ गए। कह लगे, हे जगबंद प्रभु सुख कंद, मुकंद आनंद कुदासन दानी। हाथ जोड़ ले बैठ गए, तुसी ते जगत के मालिक हो, जियां नूं सुख देण आयो। श्री करतार मुरार आघार लयो अवतार। तुसी ते करतार पुरख, मैं ते जाणिया कि तुसी रब रूप हो। सो मैं मन मानी, लोगों का भला करन वास्ते, दुख मिटाण वास्ते तुसी मातलुक ते आयो।
ਸਾਨੂੰ ਮਾਣ ਮਿਲਿਆ ਕਿ ਸਾਨੂੰ ਤੁਹਾਡੇ ਪਰਿਵਾਰ ਦਾ ਹਿੱਸਾ ਹੁਣ ਮਿਲਿਆ। ਜੇ ਸ਼ਰਧਾ ਮਮ ਸਾਚ ਹਿਰਦੇ ਮਹਿ, ਹੁਣ ਤੇ ਗੱਲ ਇੱਥੇ ਆ ਗਈ ਹੈ ਕਿ ਸ਼ਰਧਾ ਤੇ ਹੁਣ ਵਿਸ਼ਵਾਸ ਟੁੱਟਦਾ ਜਾਂਦਾ ਹੈ। ਕੱਲ੍ਹ ਦਾ ਦਿਨ ਗੁਜ਼ਰ ਗਿਆ, ਰਾਤ ਗੁਜ਼ਰ ਗਈ, ਅੱਜ ਦਾ ਦਿਨ ਗੁਜ਼ਰ ਗਿਆ ਹੈ, ਦੂਜਾ ਦਿਨ ਵੀ ਸਾਰਾ ਗੁਜ਼ਰ ਗਿਆ। ਹੁਣ ਤੇ ਮੇਰੇ ਤੇ ਭਾਰ ਵੱਧ ਗਿਆ ਹੈ, ਤੇ ਕਿਰਪਾ ਕਰੋ ਨਾ ਮੇਰੀ ਸ਼ਰਧਾ ਨੂੰ ਫਲ ਲੱਗਣਾ। ਤੁਸਾਂ ਕਿਹਾ ਸੀ ਕਿ ਭਾ ਬੇਬੇ ਜਦੋਂ ਯਾਦ ਕਰੇਂਗੇ ਉਦੋਂ ਮੈਂ ਆ ਜਾਵਾਂਗਾ, ਬਸ ਜਦੋਂ ਤੇਰਾ ਚਿੱਤ ਕਰੇ ਤੂੰ ਮੇਰਾ ਧਿਆਨ ਧਰੀ, ਬਸ ਮਨ ਕਰਕੇ ਮੈਨੂੰ ਹੁਕਮ ਦੇ ਦੀ, ਮੈਂ ਆ ਜਾਵਾਂਗਾ, ਪ੍ਰਗਟ ਹੋ ਜਾਵਾਂਗਾ। ਤੇ ਫਿਰ ਜੇ ਅੱਜ ਮੇਰੀ ਸ਼ਰਧਾ ਨੂੰ ਫਲ ਚਾਹੀਦਾ, ਅੱਜ ਵਿਸ਼ਵਾਸ ਨੂੰ ਬਰਕਰਾਰ ਰੱਖਣ ਵਾਸਤੇ ਕਰਨਾ ਪੈਣਾ ਤੁਹਾਨੂੰ। ਪ੍ਰਗਟੋ ਪ੍ਰਭਾਤ ਮਹਾਨੀ, ਆ ਕੱਲ੍ਹ ਤੀਜਾ ਦਿਨ ਚੜ੍ਹ ਜਾਣਾ ਹੈ, ਤੇ ਤੀਜਾ ਦਿਨ ਚੜ੍ਹਨ ਤੋਂ ਪਹਿਲਾਂ ਵੀਰ ਜੀ ਪ੍ਰਗਟ ਹੋ ਜਾਓ। ਹੁਣ ਸਹਿਣੀਆਂ ਗੱਲਾਂ ਔਖੀਆਂ ਹੋ ਗਈਆਂ, ਨਾ ਤੇ ਸੁਲੱਖਣੀ ਸਹਿ ਪਾ ਰਹੀ ਤੇ ਨਾ ਜੈਰਾਮ ਜੀ ਤੁਹਾਡੇ ਭਾਈਆ ਸਹਿ ਪਾ ਰਹੇ। ਸ਼ੋਕ ਹਰੋ ਨਿਜ ਲੋਕਨ ਕੋ, ਆ ਦੇਖੋ ਤੁਹਾਡਾ ਪਰਿਵਾਰ ਜੋ ਤੁਹਾਡੇ ਕਰਕੇ ਟਿਕੇ ਨੇ, ਜਿਹੜੇ ਤੁਹਾਨੂੰ ਰੱਬ ਰੂਪ ਮੰਨ ਬੈਠੇ ਨੇ, ਇਹ ਹੁਣ ਤੁਹਾਡੇ ਗਮ ਨੂੰ ਨਹੀਂ ਸਹਿ ਪਾ ਰਹੇ। ਇਹਨਾਂ ਦਾ ਸ਼ੋਕ ਮਿਟਾਓ, ਕਰੋ ਜਿਉ ਮੂਟ ਗਮਾਨੀ। ਅੱਜ ਜਿਨ੍ਹਾਂ ਨੇ ਗੱਲਾਂ ਕਰ ਕਰਕੇ ਇਹਨਾਂ ਦਾ ਮਨ ਪੱਕਾ ਕਰਤਾ ਹੈ, ਐਸਾ ਠੋਸ ਕਰ ਦਿੱਤਾ ਕਿ ਇਹਨਾਂ ਦਾ ਭਾਵ ਵੈਰਾਗ ਠੰਮ ਜਿਹਾ ਗਿਆ ਹੈ। ਦੀਨ ਦਿਆਲ ਸਦਾ ਅਰ ਕਾਲ, ਸਭੈ ਤੇ ਵਿਸ਼ਾਲ ਬਿਹੀਨ ਕਲੰਕਾ। ਤੁਸੀਂ ਤੇ ਦੀਨਾਂ ਤੇ ਦਇਆ ਕਰਨ ਵਾਲੇ ਹੋ, ਸਦਾ ਹੀ ਪ੍ਰੇਮ ਦੇ ਭਰੇ ਹੋਏ, ਤੇ ਤੁਸੀਂ ਕਲੰਕ ਤੋਂ ਰਹਿਤ ਹੋ। ਆ ਦੇਖੋ ਮੈਂ ਵਿਹੜੇ 'ਚ ਗੱਲਾਂ ਸੁਣ ਰਹੀ, ਤੁਹਾਡੇ ਤੇ ਦਾਗ ਲੱਗ ਰਿਹਾ। ਲੋਕ ਤੁਹਾਡੇ ਬਾਰੇ ਗੱਲਾਂ ਕਰਦੇ ਨੇ ਤੇ ਤੁਹਾਡੇ ਜੀਵਨ ਨੂੰ ਦਾਗੀ ਕਰ ਰਹੇ ਨੇ, ਕਰਜ਼ਾ ਹੋ ਗਿਆ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਇਹ ਮੈਨੂੰ ਸਹਿਣਾ ਔਖਾ ਹੋ ਰਿਹਾ। ਹੇ ਜਨ ਲਾਲ ਪਖੰਡਨ ਸਾਲ, ਹਰੈ ਜਮੰਜਾਲ ਕਰਾਲ ਆਤੰਕਾ। ਤੁਸੀਂ ਤੇ ਪਿਆਰਿਆਂ ਦੇ ਲਾਲ ਹੋ, ਪਿਆਰਿਆਂ ਦੀ ਅੱਖ ਦਾ ਤਾਰਾ ਹੋ, ਤੁਸੀਂ ਪਾਖੰਡ ਨੂੰ ਤੋੜਦੇ ਆਏ ਹੋ। ਹੁਣ ਤੱਕ ਜਿਤਨੇ ਘਰ ਪਰਿਵਾਰ ਸੰਸਾਰ ਦੇ ਪਖੰਡ ਸੀ ਤੁਸਾਂ ਤੋੜੇ ਨੇ, ਸਭ ਨੂੰ ਸਮੱਤ ਦਿੱਤੀ ਹੈ। ਤੁਹਾਡੇ ਕਰਕੇ ਤੇ ਲੋਕਾਂ ਦੇ ਜੰਮ ਦੇ ਜਾਲ ਟੁੱਟ ਗਏ। ਵੱਡਿਆਂ ਬਜ਼ੁਰਗਾਂ ਨੇ ਤੁਹਾਡੇ ਤੋਂ ਮੁਕਤੀ ਦਾ ਦਾਨ ਲਿਆ, ਕਿ ਪੰਡਤ ਹਰਦਿਆਲ ਵਰਗਿਆਂ ਨੇ ਤੁਹਾਡੇ ਤੋਂ ਮੁਕਤੀ ਦਾ ਦਾਨ ਲਿਆ ਹੈ। ਕਿਰਪਾ ਕਰੋ ਨਾ ਹੇ ਜੇ ਕਲ ਕਾਲ ਕੁਚਾਲ ਮਹਾ। ਆ ਕਲਯੁਗ ਦੀ ਚਾਲ ਬੜੀ ਮਾੜੀ ਹੈ, ਇਹਦੇ 'ਚ ਕਿਸੇ ਦਾ ਸ਼ਰਮ ਲਿਹਾਜ਼ ਨਹੀਂ ਰੱਖਿਆ ਜਾਂਦਾ। ਕਲਯੁਗ ਦੇ ਲੋਕਾਂ ਦਾ ਸੁਭਾਅ ਬੜਾ ਹੀ ਭੈੜਾ ਹੋ ਗਿਆ ਹੈ। ਇਹ ਕਿਸੇ ਦਾ ਦੁੱਖ ਨਹੀਂ ਜਾਣਦੇ, ਕਿਸੇ ਦੀ ਸ਼ਰਮ ਨਹੀਂ ਜਾਣਦੇ। ਕਿਰਪਾ ਕਰੋ ਨਾ ਅਗ ਜਾਲ ਭਏ ਨਰੋ ਹੈ ਮਤ ਰੰਕਾ। ਇਹਨਾਂ ਦੀ ਮੱਤ ਲੋਕਾਂ ਦੀ ਇੰਨੀ ਮਾੜੀ ਹੋ ਗਈ ਹੈ ਕਿ ਜਿਹਦੇ ਘਰ ਬੈਠੇ ਨੇ ਉਹਨੂੰ ਹੀ ਦੁੱਖ ਦੇ ਰਹੇ ਨੇ, ਤੇ ਸਾਡੇ ਘਰ ਬੈਠੇ ਨੇ ਭਾਈ ਜੈਰਾਮ ਨੂੰ ਦੁਖੀ ਜ ਕਰੀ ਜਾਂਦੇ ਨੇ। ਚਾਹੀਦਾ ਤੇ ਹੌਸਲਾ ਦੇਣ, ਪਰ ਇਹ ਤੇ ਮਾੜੀਆਂ ਗੱਲਾਂ ਕਰ ਰਹੇ ਨੇ। ਇੰਜ ਕਰੋ ਨਾ ਇਸ ਪ੍ਰਕਾਰ ਤਨ ਤਜਨ ਕੋ ਕਿਉਂ ਤੁਮਰੋ ਬਨ ਆਏ। ਜਿਵੇਂ ਇਹ ਲੋਕ ਕਹਿ ਰਹੇ ਨੇ ਕਿ ਤੁਸੀਂ ਸਰੀਰ ਛੱਡ ਦਿੱਤਾ, ਤੁਹਾਨੂੰ ਬਣਦਾ ਤਾਂ ਤੁਹਾਨੂੰ ਫੱਬਦਾ ਬਿਨਾਂ ਦੱਸੇ ਸਰੀਰ ਛੱਡ ਦੇਣਾ, ਇਹ ਤੁਹਾਡੇ ਲਈ ਠੀਕ ਨਹੀਂ ਹੈ। ਇਸ ਤਰ੍ਹਾਂ ਨਹੀਂ ਚੁੱਪ ਕਰਕੇ ਚਲੇ ਜਾਣ ਦਾ ਕੰਮ ਹੁੰਦਾ, ਤੁਹਾਡੇ ਵਾਸਤੇ ਗੱਲ ਠੀਕ ਨਹੀਂ ਹੈ। ਕਿਉਂਕਿ ਬੇਬੇ ਹੈ ਨਾ ਇੰਨੀ ਨੇੜੇ ਆ ਕਿ ਜਿਵੇਂ ਕੋਲ ਬਿਠਾ ਕੇ ਗੱਲਾਂ ਕਰ ਦਿੰਦੇ। ਤਨ ਤਿਆਗ ਦੇਣਾ, ਸਾਡੇ ਤੋਂ ਓਹਲੇ ਹੋ ਜਾਣਾ ਤੁਹਾਡੇ ਲਈ ਇੱਦਾਂ ਥੋੜ੍ਹਾ ਫੱਬਦਾ ਹੈ। ਅਤੇ ਬਿਨਾਂ ਦੱਸੇ ਘਰਦਿਆਂ ਨੂੰ, ਮੈਨੂੰ ਕੋਈ ਦੱਸਿਆ ਨਹੀਂ, ਅਤੇ ਕਿਤੇ ਇਹ ਖਬਰ ਮਾਤਾ ਤੱਕ ਵੀ ਜਾਏਗੀ, ਕੀ ਜਵਾਬ ਦੇਣਗੇ? ਇੱਦਾਂ ਨਹੀਂ ਬਣਦਾ। ਕੈਸੇ ਅੰਤਰ ਧਿਆਨ ਪਏ, ਆਪਣੀ ਮਰਜ਼ੀ ਦੇ ਨਾਲ ਅੰਤਰ ਧਿਆਨ ਹੋ ਗਏ ਹੋ, ਬਿਨਾਂ ਦੱਸਿਆਂ ਬਿਨਾਂ ਸਲਾਹ ਕੀਤਿਆਂ। ਆਵੋ ਦਰਸ ਦਿਖਾਏ, ਇੰਜ ਕਰੋ ਆ ਜਾਓ। ਬੜੀਆਂ ਖੇਡਾਂ ਹੋ ਗਈਆਂ, ਇਹ ਖੇਡ ਬੜੀ ਭਾਰੀ ਹੈ। ਤੁਸੀਂ ਕਈ ਵਾਰ ਖੇਡਾਂ ਖੇਡੀਆਂ ਨੇ, ਪਰ ਉਹ ਖੇਡਾਂ ਹੋਰ ਸੀਗੀਆਂ। ਉਹ ਤੁਸੀਂ ਹਲਕੀਆਂ ਹਲਕੀ ਖੇਡਾਂ ਖੇਡੀਆਂ, ਚੁੱਪ ਕਰ ਜਾਣਾ, ਜਾ ਕੇ ਰੁੱਖ ਥੱਲੇ ਸੌਂ ਜਾਣਾ, ਬੋਲਣਾ ਨਹੀਂ, ਖਾਣਾ ਨਹੀਂ। ਇਹ ਨਿੱਕੀ ਨਿੱਕੀਆਂ ਖੇਡਾਂ ਸੀ, ਅਸੀਂ ਖੇਡ ਲਈਆਂ। ਪਰ ਆਹ ਖੇਡ ਸਾਥੋਂ ਖੇਡਣੀ ਔਖੀ ਹੋ ਗਈ ਹੈ। ਆ ਜਾਓ ਨਾਲ। ਬਾਰਜ ਬਨ ਪਰਿਵਾਰ ਨਿਜ ਸਰਬ ਭਇਓ ਕੁਮਲਾਇਆ। ਦੇਖੋ ਨਾ ਤੇਰਾ ਸੁੰਦਰ ਪਰਿਵਾਰ, ਕਮਲਾਂ ਵਰਗੇ ਚਿਹਰੇ ਨੇ, ਨਿੱਕੇ ਨਿੱਕੇ ਬਾਲਕੇ ਨੇ ਤੇਰੇ। ਅਜੇ ਇਹਨਾਂ ਬੱਚਿਆਂ ਨੂੰ ਤੇ ਆਪਣੇ ਪਿਓ ਦੀ ਬਹੁਤੀ ਹੋਸ਼ ਵੀ ਨਹੀਂ ਹੈ। ਇਹਨਾਂ ਨੂੰ ਦੁੱਖ ਸੁੱਖ ਦਾ ਪਤਾ ਵੀ ਕੁਝ ਨਹੀਂ, ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਨਾ ਤੁਹਾਡੇ ਆਉਣ ਕਰਕੇ
ਆ ਦੋ ਬਾਲਕੇ ਕਮਲਾਂ ਵਰਗੇ ਫੁੱਲ ਨੇ, ਸੁਲੱਖਣੀ ਕਮਲ ਵਰਗਾ ਚਿਹਰਾ ਹੈ, ਮੁਰਝਾ ਗਏ ਨੇ, ਸਾਰਾ ਟੱਬਰ ਤੇਰਾ ਮੁਰਝਾਇਆ ਪਿਆ ਹੈ। ਭੋਰ ਪ੍ਰਭਾਕਰ ਸੇ ਮਿਲੋ, ਤੇ ਜਿਵੇਂ ਮੁਰਝਾਏ ਹੋਏ ਫੁੱਲਾਂ ਨੂੰ ਸਵੇਰੇ ਸੂਰਜ ਦੀਆਂ ਕਿਰਨਾਂ ਮਿਲਦੀਆਂ ਨੇ ਤੇ ਉਹਨਾਂ ਨੂੰ ਜੀਵਨ ਮਿਲਦਾ ਹੈ ਨਾ, ਇੱਦਾਂ ਦਿਨ ਚੜ੍ਹਦਿਆਂ ਚੜ੍ਹਦਿਆਂ ਤੱਕ ਤੁਹਾਡੀ ਖਬਰ ਆਉਣੀ ਚਾਹੀਦੀ ਹੈ। ਜਿਵੇਂ ਸਾਡੇ 'ਤੇ ਖਬਰ ਆਈ ਸੀ ਦਿਨ ਚੜ੍ਹਦਿਆਂ ਚੜ੍ਹਦਿਆਂ ਤੱਕ, ਫਿਰ ਤੁਸੀਂ ਆਪਣੇ ਆਪ ਨੂੰ ਓਹਲੇ ਕਰ ਲਿਆ, ਤੇ ਫਿਰ ਕੱਲ੍ਹ ਸਵੇਰੇ ਦਿਨ ਚੜ੍ਹਦਿਆਂ ਚੜ੍ਹਦਿਆਂ ਤੱਕ ਉਸੇ ਤਰ੍ਹਾਂ ਖਬਰ ਆਉਣੀ ਚਾਹੀਦੀ ਹੈ ਕਿ ਤੁਸੀਂ ਉੱਥੇ ਮਿਲ ਪਏ ਹੋ, ਉੱਥੇ ਬੈਠੇ ਹੋ। ਇਹ ਖਬਰ ਭੋਰ ਪ੍ਰਭਾਕਰ ਸੋ ਮਿਲੇ, ਬਦਨ ਸੁਸ਼ਭ ਵਿਕਸਾਏ, ਬਲਕਿ ਤੁਹਾਡੀ ਛਬ, ਜੋ ਤੁਹਾਡੇ ਚਿਹਰੇ ਦੀ ਰੌਣਕ ਹੈ, ਤੁਹਾਡਾ ਜੋ ਪ੍ਰਤਾਪ ਹੈ, ਹੋਰ ਵਧਿਆ ਹੋਣਾ ਚਾਹੀਦਾ। ਅੱਜ ਤੁਸੀਂ ਕਿਉਂ ਤੱਕ ਰਚਿਆ ਹੈ, ਇਹ ਸਾਡੀ ਮਤ ਬੁੱਧ ਤੋਂ ਪਾਰ ਦਾ ਹੈ, ਪਰ ਤੁਹਾਡੀ ਛਵੀ ਹੋਰ ਖੇੜੇ ਵਾਲੀ ਚਾਹੀਦੀ ਹੈ, ਹੋਰ ਉਤਸ਼ਾਹ ਵਾਲੀ ਚਾਹੀਦੀ ਹੈ। ਬੰਦ ਹਾਥ ਦੁਇ ਬੰਦ ਹੀ, ਧਰ ਪਰ ਧਰ ਕਰ ਅਸੀਸ। ਇੰਝ ਕਿਤਨਾ ਸਮਾਂ ਬੇਬੇ ਜੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਪਾਵਨ ਚਰਨਾਂ 'ਚ ਧਿਆਨ ਧਰ ਕੇ ਸਾਰਿਆਂ ਥਾਂ 'ਤੇ ਟਿਕਾ ਇਕੱਲੇ ਬੈਠੇ ਰਹੇ। ਇੱਕ ਬੇਨਤੀ ਕਰਾਂ, ਇਹ ਬੜੀ ਪੁਰਾਣੀ ਜੁਗਤ ਹੈ। ਜਦੋਂ ਕੋਈ ਅਰਦਾਸ ਕਰਨ 'ਚ ਸਾਰਾ ਪਰਿਵਾਰ ਟਿਕ ਜਾਏ, ਆਨੰਦ 'ਚ ਬੈਠ ਜਾਓ, ਆਪਣੇ ਸਾਹਿਬ ਦੇ ਨਾਲ ਗੱਲਾਂ ਕਰਨੀ ਸ਼ੁਰੂ ਕਰ ਦਿਓ। ਕਰਦਿਆਂ ਕਰਦਿਆਂ ਜਦੋਂ ਜਿਉਂ-ਜਿਉਂ ਰਾਤ ਢਲਦੀ ਜਾਂਦੀ ਹੈ, ਬੇਬੇ ਜੀ ਦਾ ਪ੍ਰੇਮ ਅਤੇ ਵੈਰਾਗ ਵੱਧਦਾ ਜਾਂਦਾ ਹੈ। ਅਖੀਰ ਹੱਥ ਜੁੜੇ ਨੇ, ਜਿਉਂ ਉੱਧਰ ਸੂਰਜ ਜੀ ਨੇੜੇ ਆਉਣ ਲੱਗੇ ਨੇ ਅਤੇ ਬੇਬੇ ਜੀ ਸਮਾਧੀ 'ਚ ਥੋੜ੍ਹਾ ਜਿਹਾ ਤਨ ਚੇਤਨ 'ਚ ਹੋਏ ਨੇ, ਅਤੇ ਉਸੇ ਤਰ੍ਹਾਂ ਹੱਥ ਜੁੜੇ ਹੋਏ ਹੀ, ਜਿਵੇਂ ਇੱਥੇ ਆਪਾਂ ਕਦੇ ਕਦੇ ਕਈ ਪਿਆਰਾਂ ਨੂੰ ਵੇਖਿਆ ਨਾ, ਬੜੇ ਅਦਬ ਅਤੇ ਭਾਵ 'ਚ ਆ ਕੇ ਮੱਥਾ ਟੇਕਦੇ ਨੇ। ਬੇਬੇ ਨਾਨਕੀ ਸਾਹਿਬ ਜੀ ਨੇ ਉਸੇ ਭਾਵ 'ਚ, ਅਦਮ 'ਚ, ਕਿ ਮੇਰੇ ਤੇ ਕੋਲ ਨੇ, ਬਸ ਮੈਨੂੰ ਸੁਨੇਹਾ ਆਇਆ ਕਿ ਆਇਆ, ਮੱਥਾ ਟੇਕਤਾ ਹੈ। ਕਰੀ ਪ੍ਰਤੱਗਿਆ ਮੈਂ ਜੋ ਮੁਖ, ਪੂਰੋ ਸ਼੍ਰੀ ਜਗਦੀਸ਼। ਕਹਿਣ ਲੱਗੇ ਹੁਣ ਮੇਰੀ ਪ੍ਰਤੱਗਿਆ ਪੂਰੀ ਹੋਣੀ ਆ। ਸਰਬ ਰੈਨ ਬਿਨ ਸੈਨ ਕੇ, ਕਹਿਤ ਸੁਜਸ ਕੇ ਬੈਨ। ਇੰਝ ਸਾਰੀ ਰਾਤ ਬੇਬੇ ਦੀ ਆਪਣੇ ਵੀਰ ਦੇ ਨਾਲ ਗੱਲਾਂ ਕਰਦਿਆਂ ਗੁਜ਼ਰ ਗਈ ਹੈ। ਭਰਾਤ ਅਰਾਧਤ ਪ੍ਰੀਤ ਕਰ, ਪ੍ਰੇਮ ਦੇ ਨਾਲ ਆਪਣੇ ਭਰਾ ਜੀ ਦਾ, ਸਾਡੇ ਸਤਿਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਧਿਆਨ, ਉਹਨਾਂ ਦਾ ਪ੍ਰੇਮ, ਉਹਨਾਂ ਦਾ ਸਿਮਰਨ, ਹਿਰਦੇ ਚਿਤਵ ਗੁਣ ਐਨ। ਸਾਰੀ ਰਾਤ ਗੁਜ਼ਰ ਗਈ ਹੈ। ਗੁਰਦੇਵ ਕਿਰਪਾ ਕਰਨ, ਜਿਉਂ-ਜਿਉਂ ਦਿਨ ਚੜ੍ਹਦਾ ਹੈ ਅਤੇ ਦਿਨ ਚੜ੍ਹੇ ਬੇਬੇ ਨਾਨਕੀ ਜਿਉਂ ਆਪਣੇ ਪਰਿਵਾਰ ਦੇ ਕਾਰ ਵਿਹਾਰ 'ਚ ਰੁੱਝਦੇ ਨੇ, ਅਤੇ ਦਿਨ ਚੜ੍ਹੇ ਕਿਵੇਂ ਕਿਵੇਂ ਖਬਰਾਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਪ੍ਰਗਟ ਹੁੰਦੀਆਂ ਨੇ। ਫਿਰ ਸਮੇਂ ਦੇ ਨਾਲ ਆਪਾਂ ਵਾਚਾਂਗੇ। ਬੇਨਤੀ ਕਰਾਂ, ਕੱਲ੍ਹ ਸੰਧਿਆ ਦੇ ਵੇਲੇ ਦੀਵਾਨ ਦੇ 'ਚ ਆਪ ਤੋਂ ਗੈਰ ਹਾਜ਼ਰੀ ਹੋਵੇਗੀ, ਕਿਉਂਕਿ ਕੱਲ੍ਹ ਦਾ ਅਸੀਂ ਲੁਧਿਆਣੇ ਕਥਾ ਕਰਨ ਜਾਣਾ, ਅਤੇ ਆਪ ਜੀ ਦੀ ਕੋਲ ਭਾਈ ਰਾਜਵਿੰਦਰ ਸਿੰਘ ਜੀ ਗੁਰਪੁਰਬ ਦੀਆਂ ਹਾਜ਼ਰੀਆਂ ਕਥਾਵਾਂ ਕਰਨਗੇ। ਅਤੇ ਕੱਲ੍ਹ ਸਵੇਰ ਦੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਅਖੰਡ ਪਾਠ ਸਾਹਿਬ ਜੀ ਆਰੰਭ ਨੇ, ਜਿਵੇਂ ਡਿਟੇਲਸ ਦਿੱਤੀਆਂ ਗਈਆਂ ਨੇ ਕਿ ਕਥਾ ਦੀ ਸਮਾਪਤੀ ਜੋ 7:45 ਤੱਕ ਹੁੰਦੀ ਹੈ, ਉਹਦੇ ਨਾਲ ਹੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਜੋ ਪੁਰਕੇ ਬੰਚਰਾਂ ਬਣੇ ਉਹਨਾਂ ਦੀ ਹੋ ਜਾਏਗੀ। ਅਤੇ ਉਸ ਤੋਂ ਬਾਅਦ 7:45 ਤੋਂ 7:15 ਤੱਕ ਅੱਧਾ ਘੰਟਾ ਕੀਰਤਨ ਕਰਕੇ ਦੀਵਾਨ ਦੀ ਪਹਿਲੀ ਸਮਾਪਤੀ ਹੋਏਗੀ। ਗੁਰੂ ਕੇ ਲੰਗਰ ਵਰਤਣਗੇ। ਆਪ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਗੁਰੂ ਕੀ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਅਤੇ ਫਿਰ ਅਗਲੀਆਂ ਸਾਖੀਆਂ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਆਮਦ ਦੀ ਖਬਰ ਬੇਬੇ ਤੱਕ ਪਹੁੰਚਦੀ ਹੈ ਅਤੇ ਸਭ ਦੇ ਮੂੰਹ ਬੰਦ ਹੁੰਦੇ ਨੇ। ਅਗਲੀਆਂ ਘਟਨਾਵਾਂ ਅਗਲੀ ਸਾਖੀ ਫਿਰ ਵਾਚਾਂਗੇ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦਾ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ।